ਵਿਜ਼ਨ ਪੰਜਾਬ ਦੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵੀ ਸਵਾਗਤ ਹੈ ਜੀ। ਸਾਬਕਾ ਮੰਤਰੀ ਖੂਬ ਚਰਚਾ 'ਚ ਨੇ, ਚਾਹੇ ਆਮ ਆਦਮੀ ਪਾਰਟੀ ਦਾ ਆਪਣਾ ਮੰਤਰੀ ਹੋਵੇ, ਉਹ ਵੀ ਅੱਜ ਕੱਲ੍ਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਬੂਹੇ ਖੜਕਾ ਰਹੇ ਨੇ, ਤੇ ਚਾਹੇ ਕਾਂਗਰਸ ਦੇ ਸਾਬਕਾ ਮੰਤਰੀ ਹੋਣ, ਉਹ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਬੂਹੇ ਖੜਕਾ ਰਹੇ ਨੇ। ਤੇ ਇੱਕ ਮੰਤਰੀ ਨੂੰ 15 ਦਿਨ ਲਈ 14 ਦਿਨ ਲਈ ਨਿਆਇਕ ਹਿਰਾਸਤ ਭੇਜ ਦਿੱਤਾ ਗਿਆ, ਤੇ 2-3 ਹੋਰ ਲਾਈਨ 'ਚ ਨੇ। ਸੋ ਇਹ ਸਾਰੀਆਂ ਚਰਚਾਵਾਂ ਖੂਬ ਚੱਲ ਰਹੀਆਂ ਨੇ। ਇਸ ਚਰਚਾਵਾਂ ਨੂੰ ਲੋਕ ਸੰਗਰੂਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਨਾਲ ਜੋੜ ਕੇ ਵੀ ਵੇਖ ਰਹੇ ਨੇ ਕਿ ਉੱਥੇ ਇਹਨਾਂ ਦਾ ਕੋਈ ਅਸਰ ਪੈਣਾ, ਕੋਈ ਹੋਰ ਆਉਣ ਵਾਲੇ ਸਮੇਂ 'ਚ ਗ੍ਰਿਫਤਾਰੀ, ਕੋਈ ਹੋਰ ਕਾਂ ਮਾਰ ਕੇ ਟੰਗਣਾ, ਉਹ ਆਪਣੇ ਘਰ ਵਾਲਾ ਕਿ ਬਾਹਰ ਵਾਲੇ ਘਰ ਵਾਲਾ। ਸੋ ਉਹ ਦੇਖਣ ਵਾਲੀ ਚਰਚਾਵਾਂ ਨੇ। ਜਿੱਥੇ ਉਹ ਚਰਚਾ ਉੱਥੇ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਉਹ ਲਵਾਈ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ, ਤਾਂ ਉਸ ਨੂੰ ਲੈ ਕੇ ਬਿਜਲੀ ਨੂੰ ਲੈ ਕੇ ਜਿਹੜਾ ਸਮੱਸਿਆ ਖੜੀ ਆ ਕਿ ਉਹ ਕਿਵੇਂ ਹੱਲ ਹੋਏਗੀ। ਸੋ ਬੇਸ਼ੱਕ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਕਿ ਨਿਰਵਿਘਨ 8 ਘੰਟੇ ਤਾਂ ਬਿਜਲੀ ਮਿਲਿਆ ਕਰੂਗੀ ਹੁਣ ਝੋਨੇ ਨੂੰ ਧਿਆਨ 'ਚ ਰੱਖਦੇ ਹਾਂ, ਪਰ ਕੀ ਉਹ ਸੰਭਵ ਹੈ? ਜਿਹੜੀਆਂ ਖਾਮੀਆਂ ਪਈਆਂ ਨੇ ਅਜੇ ਤੱਕ, ਚਾਹੇ ਉਹ ਬਿਜਲੀ ਨੂੰ ਲੈ ਕੇ, ਚਾਹੇ ਕੋਲੇ ਨੂੰ ਲੈ ਕੇ, ਚਾਹੇ ਪ੍ਰਬੰਧਾਂ ਨੂੰ ਲੈ ਕੇ, ਉਹਦੇ ਉੱਤੇ ਕੀ ਸਥਿਤੀ ਹੈ ਉਹ, ਅਤੇ ਜਿਹੜੇ ਕਿਸਾਨਾਂ ਵੱਲੋਂ ਇੱਕ ਗੰਨਾ ਦੀ ਅਦਾਇਗੀ ਨੂੰ ਲੈ ਕੇ ਸਵਾਲ ਖੜਾ ਹੋ ਰਿਹਾ ਉਸ ਦੇ ਉੱਤੇ ਸਥਿਤੀ ਕੀ ਹੈ। ਇਹ ਸਾਰੇ ਪਹਿਲੂ ਚਰਚਾ ਵਿੱਚ ਨੇ, ਅਤੇ ਚਰਚਾ ਵਿੱਚ ਉਹ ਵੀ ਦਸਤਾਵੇਜ਼ ਸਾਹਮਣੇ ਆਉਣ ਲੱਗੇ ਨੇ ਜਿਨ੍ਹਾਂ ਦੇ ਸਹਾਰੇ ਕਈਆਂ ਨੇ ਗਲਤ ਢੰਗ ਨਾਲ ਨੌਕਰੀਆਂ ਲਈਆਂ। ਕਿ ਉਹਨਾਂ ਦੇ ਵਿੱਚ ਵੀ ਸਾਬਕਾ ਮੰਤਰੀਆਂ ਸੰਤਰੀਆਂ ਦੇ ਪਰਿਵਾਰ ਵੀ ਕਰਨਗੇ, ਇਹਦੇ ਪਰ ਵੀ ਸਵਾਲ ਹੈ। ਸੋ ਇਹਨਾਂ ਸਾਰੇ ਪਹਿਲੂਆਂ ਦੇ ਉੱਤੇ ਚਰਚਾ ਕਰਾਂਗੇ। ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬੜ ਸਾਡੇ ਨਾਲ ਨੇ। ਛਿੱਬੜ ਭਾਈ ਸਵਾਗਤ ਕਰਦੇ ਹਾਂ। ਧੰਨਵਾਦ ਦੀਪਕ ਜੀ। ਛਿੱਬੜ ਭਾਜੀ, ਮੈਂ ਝੋਨੇ ਤੋਂ ਅਤੇ ਗੰਨੇ ਤੋਂ ਗੱਲ ਸ਼ੁਰੂ ਕਰਨਾ ਚਾਹੁੰਦਾ। ਗੰਨੇ ਦੀ ਅਦਾਇਗੀ ਫਸੀ ਹੈ ਅਤੇ ਝੋਨੇ ਦੀ ਹੁਣ ਲਵਾਈ ਸ਼ੁਰੂ ਹੈ। ਸੋ ਉਸ ਨੂੰ ਲੈ ਕੇ ਕਿਸਾਨ ਨੂੰ ਪਹਿਲਾਂ ਹੀ ਫਿਕਰ ਹੈ ਕਿ ਹੁਣ ਵੀ ਪਿੰਡਾਂ 'ਚ 10-10 ਘੰਟੇ ਦੇ 12-12 ਘੰਟੇ ਦੇ ਕੱਟ ਲੱਗ ਰਹੇ ਨੇ, ਅਤੇ ਇੱਧਰ ਸਰਕਾਰ ਦਾਅਵਾ ਕਰੇ ਕਿ ਅਸੀਂ ਪੂਰੀ ਬਿਜਲੀ ਦੇਵਾਂਗੇ ਖੇਤਾਂ ਨੂੰ ਤਾਂ ਘੱਟੋ ਘੱਟ। ਕੀ ਪੰਜਾਬ 'ਚ ਉਹਦੇ ਲਈ ਪ੍ਰਬੰਧ ਹੋ ਗਏ ਨੇ? ਕਿਹੋ ਜਿਹੀ ਤਿਆਰੀ ਹੈ? ਅਤੇ ਉਸ ਤੋਂ ਬਾਅਦ ਗੰਨੇ ਦੀ ਅਦਾਇਗੀ ਦੀ ਸਥਿਤੀ ਕਿੱਥੇ ਖੜੀ ਹੈ? ਦੋ ਪਹਿਲੂਆਂ ਤੋਂ ਜਾਣਨਾ ਚਾਹੁੰਦੇ। ਦੀਪਕ ਜੀ ਦੇਖੋ, ਗੱਲ ਇਹ ਹੈ ਕਿ ਜਦੋਂ ਹਰੇਕ ਸਾਲ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ ਕੁਦਰਤੀ ਗੱਲ ਹੈ ਕਿ ਜਿਹੜੇ 14.5 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਟਿਊਬਵੈੱਲ ਨੇ, ਜਦੋਂ ਉਹ ਟਿਊਬਵੈੱਲ ਚੱਲਣੇ ਨੇ ਤਾਂ ਬਿਜਲੀ ਦੀ ਜਿਹੜੀ ਖਪਤ ਆ ਉਹ ਵਧਣੀ ਆ, ਡਿਮਾਂਡ ਆ ਜਿਹੜੀ ਉਹ ਵੱਧ ਜਾਂਦੀ ਹੈ। ਤਾਂ ਸਰਕਾਰ ਨੂੰ ਬਿਜਲੀ ਦੀ ਜਿਹੜੀ ਪੂਰਤੀ ਕਰਨ ਵਾਸਤੇ ਤਾਂ ਜਿਹੜੀਆਂ ਬਾਹਰੋਂ ਜਿਹੜੇ ਆਪਣਾ ਕੇਂਦਰੀ ਗ੍ਰਿਡ ਆ ਉੱਥੋਂ ਵੀ ਬਿਜਲੀ ਖਰੀਦਦੇ ਨੇ, ਅਤੇ ਜਿਹੜੇ ਹੋਰ ਸੂਬੇ ਨੇ ਉਹਨਾਂ ਤੋਂ ਵੀ ਬਿਜਲੀ ਖਰੀਦਦੇ ਨੇ। ਭਾਵੇਂ ਕਿ ਪੰਜਾਬ ਦੇ ਵਿੱਚ ਆਪਣੇ ਕਈ ਥਰਮਲ ਪਲਾਂਟ ਨੇ, ਲਹਿਰਾ ਮੁਹੱਬਤ ਆ, ਗੋਇੰਦਵਾਲ ਸਾਹਿਬ ਨੇ, ਰਾਜਪੁਰਾ ਏ, ਰੋਪੜ ਥਰਮਲ ਪਲਾਂਟ ਨੇ, ਪਰ ਕਿਤੇ ਨਾ ਕਿਤੇ ਇਹ ਜਿਹੜੇ ਇਹਨਾਂ ਦੇ ਯੂਨਿਟ ਨੇ ਇਹ ਲਗਾਤਾਰ ਇਹਨਾਂ ਦੇ ਵਿੱਚ ਕੋਈ ਨਾ ਕੋਈ ਤਕਨੀਕੀ ਪ੍ਰੋਬਲਮ ਆਉਂਦੀ ਰਹਿੰਦੀ ਹੈ। ਅੱਜ ਜਿਵੇਂ ਸਵੇਰ ਦੀ ਖਬਰ ਸੀਗੀ ਕਿ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਥਰਮਲ ਪਲਾਂਟਾਂ ਦੇ ਜਿਹੜੇ 6 ਯੂਨਿਟ ਆ ਉਹ ਬੰਦ ਹੋ ਚੁੱਕੇ ਨੇ। ਤੁਸੀਂ ਦੇਖੋ, ਗਰਮੀ ਦਾ ਸੀਜ਼ਨ ਆ, ਝੋਨਾ ਦੀ ਲਵਾਈ ਆ ਜਿਹੜੀ ਸ਼ੁਰੂ ਹੋਣ ਜਾ ਰਹੀ ਆ, ਅਤੇ ਹਰ ਘਰ ਦੇ ਵਿੱਚ ਹੁਣ ਕੋਈ ਉਹ ਬਹੁਤਾ ਗਰੀਬ ਲੋਕ ਆ ਜਿਹੜੇ ਉਹ ਰਹਿ ਗਏ ਕਿ ਜਿਨ੍ਹਾਂ ਦੇ ਘਰ ਪੱਖੇ ਜਾਂ ਕੂਲਰ ਹੋਣਗੇ। ਹੁਣ ਏਸੀ ਦੀ ਜਿਹੜੀ ਡਿਮਾਂਡ ਆ ਉਹ ਵੀ ਲਗਾਤਾਰ ਵੱਧਦੀ ਜਾ ਰਹੀ ਹੈ, ਜਿਹਦੇ ਕਰਕੇ ਸਾਡਾ ਵਾਤਾਵਰਨ ਆ ਜਿਹੜਾ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਚੇਂਜਿਜ ਆਈ ਆ। ਉਸ ਸਾਰੇ ਮਾਮਲੇ ਨੂੰ ਲੈ ਕੇ ਜਿੱਥੇ ਝੋਨੇ ਦਾ ਹੁਣ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਉਹਦੇ ਵਿੱਚ ਮੈਨੂੰ ਲੱਗ ਰਿਹਾ ਹੈ ਕਿ ਸਰਕਾਰ ਨੇ ਇਹ ਵਾਅਦਾ ਤਾਂ ਜ਼ਰੂਰ ਕੀਤਾ ਕਿ ਅਸੀਂ 8 ਘੰਟੇ ਬਿਜਲੀ ਦੀ ਜਿਹੜੀ ਸਪਲਾਈ ਆ ਉਹ ਨਿਰੰਤਰ ਦੇਵਾਂਗੇ, ਪਰ ਬਹੁਤ ਸਾਰੇ ਇਲਾਕੇ ਅਜਿਹੇ ਨੇ ਜਿਨ੍ਹਾਂ ਵਿੱਚ ਇਹ ਸਮੱਸਿਆ ਆ ਰਹੀ ਹੈ ਕਿ ਉੱਥੇ 4 ਘੰਟੇ ਵੀ ਜਾਂ 5 ਘੰਟੇ ਵੀ ਖੇਤੀ ਵਾਸਤੇ ਬਿਜਲੀ ਦੀ ਜਿਹੜੀ ਨਿਰੰਤਰ ਸਪਲਾਈ ਨਹੀਂ ਹੋ ਰਹੀ। ਹੁਣ ਜੋ 8 ਘੰਟੇ ਲਗਾਤਾਰ ਬਿਜਲੀ ਸਪਲਾਈ ਦੇਣਗੇ ਕਿਸਾਨਾਂ ਨੂੰ, ਤਾਂ ਕੁਦਰਤੀ ਗੱਲ ਹੈ ਕਿ ਉਹਨਾਂ ਨੂੰ ਚਾਹੇ ਸ਼ਹਿਰੀ ਖੇਤਰ ਹੋਵੇ, ਚਾਹੇ ਕੋਈ ਹੋਰ ਇੰਡਸਟਰੀ ਦਾ ਖੇਤਰ ਹੋਵੇ, ਚਾਹੇ ਪਿੰਡੂ ਜਾਂ ਰਹਿਸ਼ੀ ਹੋਵੇ, ਉੱਥੇ ਕਿਤੇ ਨਾ ਕਿਤੇ ਬਿਜਲੀ ਦੇ ਕੱਟ ਲਗਾਉਣੇ ਪੈਣਗੇ। ਸਰਕਾਰ ਕੋਲ ਕੱਟ ਲਗਾਉਣ ਤੋਂ ਕੋਈ ਚਾਰਾ ਨਹੀਂ ਹੈਗਾ, ਜਾਂ ਫਿਰ ਇੰਨੀ ਜ਼ਿਆਦਾ ਬਿਜਲੀ ਸਰਕਾਰ ਖਰੀਦੇ ਕਿ ਜਿਹਦੇ ਨਾਲ ਪਰ ਉਹਦੇ ਲਈ ਗ੍ਰਿਡ ਸਾਂਭਣ ਲਈ ਵੀ ਤਾਂ ਚਾਹੀਦੇ ਨੇ ਉਹਨੇ। ਚਲੋ ਗ੍ਰਿਡ ਅਪਗ੍ਰੇਡਡ ਨਹੀਂ ਹੋ ਸਕੀ। ਚਲੋ ਉਹਦੇ 'ਚ ਦੀਪਕ ਜੀ ਇਹ ਹੈ ਕਿ ਬਿਜਲੀ ਦੀ ਜਿਹੜੀ ਡਿਮਾਂਡ ਆ ਜਦੋਂ ਇੰਨੀ ਵੱਧ ਜਾਣੀ ਤਾਂ ਜਿਹੜੇ ਇਹ ਆਪਣੇ ਨਹੀਂ ਚਲਾਉਣਗੇ ਤਾਂ ਗ੍ਰਿਡ ਕਿਤੇ ਨਾ ਕਿਤੇ ਚੱਲ ਸਕਦੇ ਨੇ, ਫਿਰ ਵੀ ਚੱਲ ਸਕਦੇ ਨੇ, ਪਰ ਸਰਕਾਰ ਕੋਲ ਇੰਨਾ ਪੈਸਾ ਕਿੱਥੇ ਆ? ਆਰਥਿਕ ਤੌਰ 'ਤੇ ਜਿਹੜੀ ਸਰਕਾਰ ਦੀ ਪੋਜੀਸ਼ਨ ਆ ਉਹ ਬਹੁਤ ਮਾੜੀ ਆ। 3.25 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਸੀਗਾ, ਹੁਣ ਜਿਸ ਦਿਨ ਦੀ ਇਹ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ, ਇਹ ਸਰਕਾਰ ਵੀ 6000 ਕਰੋੜ ਤੋਂ ਵੱਧ ਦਾ ਜਿਹੜਾ ਕਰਜ਼ਾ ਹੈ ਉਹ ਲੈ ਚੁੱਕੀ ਆ। 9000 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ। ਪਹਿਲਾਂ 6 ਸੀਗਾ, ਹੁਣ ਜਿਹੜੀ ਨਵੀਂ ਫਿਗਰ ਆ ਰਹੀ ਹੈ ਵੀ 9000 ਕਰੋੜ ਆ ਜਿਹੜਾ ਉਹ ਹੋ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨਾ ਵਧਣਾ ਹੈ ਇਹ ਹਲੇ ਇਹਦੇ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ, ਕਿਉਂਕਿ ਸਰਕਾਰ ਦਾ ਜਿਹੜਾ ਬਜਟ ਆ ਉਹ ਹੁਣ 27 ਤਰੀਕ ਨੂੰ ਪੇਸ਼ ਹੋਵੇਗਾ। 24 ਤਰੀਕ ਦੇ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ। ਉਹਦੇ ਵਿੱਚ ਸਰਕਾਰ ਕਿਵੇਂ ਦੀਆਂ ਨੀਤੀਆਂ ਲੈ ਕੇ ਆਉਂਦੀ ਆ, ਬਜਟ ਲੋਕਾਂ ਵਾਸਤੇ ਕਿਵੇਂ ਦਾ ਹੋਊਗਾ ਉਹ ਪਤਾ ਲੱਗੂਗਾ। ਪਰ ਮੈਨੂੰ ਲੱਗ ਰਿਹਾ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਫੈਸਲਾ ਲਿੱਤਾ ਹੈ
ਕਿ ਝੋਨਾ ਜਿਹੜਾ ਸਿੱਧੀ ਬਿਜਾਈ ਨਾਲ ਬੀਜਿਆ ਜਾਵੇ, ਉਸ ਪਾਸੇ ਵੱਲ ਵੀ ਉਸ ਤਰ੍ਹਾਂ ਦਾ ਰਿਸਪੌਂਸ ਹੈ ਜਿਹੜਾ ਮਿਲਿਆ ਨਹੀਂ ਜਿੰਨਾ ਸਰਕਾਰ ਨੇ ਉਮੀਦ ਰੱਖੀ ਕੀਤੀ ਸੀ। ਉਹ ਪ੍ਰਚਾਰ ਵੀ ਬਹੁਤ ਕੀਤਾ ਗਿਆ, ਪਰ ਕਿਤੇ ਨਾ ਕਿਤੇ ਅਜੇ ਵੀ ਜਿਹੜੇ ਸਾਡੇ ਕਿਸਾਨ ਨੇ ਉਹ ਜਿਹੜਾ ਪੁਰਾਣਾ ਸਿਸਟਮ ਆ ਕੱਦੂ ਕਰਕੇ ਝੋਨਾ ਲਾਉਣਾ ਉਹਦੇ ਪਰ ਹੀ ਖੜੇ ਨੇ। ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਕਿਸਾਨਾਂ ਨੂੰ ਵੀ ਇਹ ਸਾਰੇ ਸਿਸਟਮ ਨੂੰ ਬਦਲਣ ਦੀ ਜ਼ਰੂਰਤ ਹੈ। ਕੋਈ ਹੋਰ ਹੱਲ ਆ ਜਿਹੜਾ ਇਹਦਾ ਲੱਭਿਆ ਜਾਣਾ ਚਾਹੀਦਾ। ਤੇ ਜਿਹੜਾ ਗੰਨੇ ਨੂੰ ਲੈ ਕੇ ਸਮੱਸਿਆ ਉਹ ਕੈਪਟਨ ਅਮਰਿੰਦਰ ਦੇ ਟਾਈਮ ਵੀ ਰਹੀ, ਉਹਨੂੰ ਲੈ ਕੇ ਮੂੰਹ ਮਿੱਠਾ ਵੀ ਕਰਾਉਂਦੇ ਰਹੇ ਕਿ ਹਾਂ ਜੀ ਹੋ ਗਿਆ ਮਸਲਾ ਹੱਲ ਹੈ। ਉਹ ਤੋਂ ਬਾਅਦ ਚੰਨੀ ਨੇ ਵੀ ਕਿਹਾ ਜੀ ਹੁਣ ਫੇਰ ਮਸਲਾ ਉੱਥੇ ਦਾ ਉੱਥੇ ਹੀ ਖੜਾ। ਕਹਿੰਦੇ ਗੰਨੇ ਦੀ ਅਦਾਇਗੀ ਕਿਉਂ ਨਹੀਂ ਹੋ ਪਾ ਰਹੀ ਉਸ? ਦੇਖੋ ਜੀ, ਆਪਾਂ ਇਹੀ ਗੱਲ ਜਿਹੜੀ ਕਰ ਰਹੇ ਤੇ ਵੀ ਝੋਨੇ ਦਾ ਜਿਹੜਾ ਬਦਲਵਾਂ ਪ੍ਰਬੰਧ ਆ, ਆਪਾਂ ਇਹ ਫਸਲੀ ਚੱਕਰ ਤੋਂ ਕਿਸਾਨ ਨੂੰ ਤੋੜਨ ਦੀ ਗੱਲ ਕਰਦੇ ਆ ਕਿ ਫਸਲੀ ਚੱਕਰ ਚੋਂ ਬਾਹਰ ਕੱਢਿਆ ਜਾਵੇ। ਫਸਲੀ ਚੱਕਰ ਤੋਂ ਬਾਹਰ ਕੱਢਣ ਦੀ ਸਭ ਤੋਂ ਵੱਡੀ ਗੱਲ ਸੀਗੀ ਗੰਨਾ। ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਜਿਹੜੀਆਂ 7 ਪ੍ਰਾਈਵੇਟ ਮਿੱਲਾਂ ਨੇ ਤੇ 9 ਆ ਜਿਹੜੀਆਂ ਕੋਆਪਰੇਟ ਸਰਕਾਰ ਦੇ ਜਿਹੜੇ ਅਧੀਨ ਚੱਲਦੀਆਂ ਨੇ ਉਹ ਮਿੱਲਾਂ ਨੇ। ਪਿਛਲੀਆਂ ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ, ਉਸ ਤੋਂ ਪਹਿਲਾਂ ਅਕਾਲੀ ਦਲ ਭਾਜਪਾ ਦੀ ਜਿਹੜੀ ਸਰਕਾਰ ਰਹੀ ਆ ਉਹ ਹੋ ਗਈ, ਚੰਨੀ ਸਾਹਿਬ ਦੀ ਹੋ ਗਈ, ਤੇ ਹੁਣ ਆਪਣਾ ਭਗਵੰਤ ਮਾਨ ਜੀ ਹੋਰਾਂ ਦੀ ਸਰਕਾਰ ਹੋ ਗਈ। ਇਹਦੇ ਵਿੱਚ ਨਿਰੰਤਰ ਜਿਹੜਾ ਉਹ ਬੈਕਲੌਗ ਆ ਉਹ ਉਵੇਂ ਹੀ ਚੱਲੇ ਆ ਰਿਹਾ। ਕਿਸਾਨਾਂ ਨੂੰ ਇਹ ਨਹੀਂ ਹੈਗਾ ਕਿ ਉਹ ਗੰਨਾ ਇਹਦੀ ਉੱਥੇ ਸੁੱਟ ਕੇ ਆ ਰਹੇ ਨੇ ਮਿਲ ਦੇ ਵਿੱਚ, ਉਹਦੀ ਅਦਾਇਗੀ ਹੋ ਜਾਵੇ। ਚਲੋ ਮਹੀਨਾ ਹੋਇਆ, 1.5 ਮਹੀਨਾ ਹੋਇਆ, ਇਹ ਤਾਂ ਨਿਰੰਤਰ ਚੱਲ ਸਕਦਾ ਹੈ ਕਿ ਮਹੀਨੇ ਵੱਧੋਂ ਪੇਮੈਂਟ ਹੋ ਗਈ, ਪਰ ਇੰਨਾ ਨਹੀਂ ਨਾ ਕਿ ਪਰ ਤੁਸੀਂ ਦੇਖੋ ਜਿਹੜੀਆਂ ਫਗਵਾੜਾ ਸ਼ੂਗਰ ਮਿਲ ਆ ਉਹ 2019-20 ਦੀ ਜਿਹੜੀ ਬਕਾਇਆ ਰਾਸ਼ੀ ਆ ਉਹ ਵੀ ਹਲੇ ਤੱਕ ਉੱਥੀ ਖੜੀ ਆ। ਕਈ ਹੋਰ ਮਿੱਲਾਂ ਨੇ ਜਿਹੜੀਆਂ ਉਹਨਾਂ ਦੀ ਬਕਾਇਆ ਰਾਸ਼ੀ ਖੜੀ ਆ। ਇੱਕ ਅਮਲੋਹ ਵਾਲੀ ਮਿੱਲ ਆ ਜਿਹਨੇ ਆਪਣੀ ਗੰਨੇ ਦੀ ਅਦਾਇਗੀ ਆ ਜਿਹੜੀ ਉਹ ਪੂਰੀ ਕੀਤੀ ਆ, ਪਰ ਉਹਦੇ ਵਿੱਚ ਸਿਰਫ ਜਿਹੜਾ ਸਰਕਾਰ ਨੇ ਆਪਣਾ 35 ਰੁਪਏ ਦੇ ਹਿਸਾਬ ਨਾਲ ਜਿਹੜਾ ਪੈਸੇ ਪ੍ਰਾਈਵੇਟ ਮਿੱਲਾਂ ਨੂੰ ਦੇਣੇ ਤੇ ਉਹ ਰਾਸ਼ੀ ਆ ਜਿਹੜੀ ਉਹ ਵੀ ਉਸੇ ਤਰ੍ਹਾਂ ਦੀ ਪੈਂਡਿੰਗ ਖੜੀ ਆ। ਸਾਰੀ ਮਿੱਲਾਂ ਨੂੰ ਸਰਕਾਰ ਵੀ ਆਪਣੀ ਭੁਗਤਾਨ ਆ ਜਿਹੜਾ ਉਹ ਕਰ ਨਹੀਂ ਸਕੀ। 658 ਕਰੋੜ ਦੇ ਕਰੀਬ ਜਿਹੜੀ ਰਾਸ਼ੀ ਆ ਉਹ ਸ਼ੂਗਰ ਮਿੱਲਾਂ ਨੇ ਕਿਸਾਨਾਂ ਨੂੰ ਪੇ ਕਰਨੀ ਹੈ, ਜਿਹਦੇ ਵਿੱਚ 324 ਕਰੋੜ ਦੇ ਆਸ-ਪਾਸ ਜਿਹੜੀ ਅੰਕੜੇ ਦੱਸੇ ਜਾਂਦੇ ਆ ਉਹ ਸਹਿਕਾਰੀ ਖੰਡ ਮਿੱਲਾਂ ਨੇ ਤੇ 334 ਕਰੋੜ ਦੇ ਕਰੀਬ ਜਿਹੜੀਆਂ ਪੰਜਾਬ ਦੀਆਂ 7 ਪ੍ਰਾਈਵੇਟ ਮਿੱਲਾਂ ਨੇ, ਇਹਨਾਂ ਨੇ ਉਹਦਾ ਦਾ ਭੁਗਤਾਨ ਕਰਨਾ। ਇਹਦੇ ਵਿੱਚ ਕਿੰਨਾ ਭੁਗਤਾਨ ਕਦੋਂ ਤੱਕ ਹੋਵੇਗਾ ਇਹ ਹਲੇ ਕੁਝ ਪਤਾ ਨਹੀਂ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਨੇ ਆਪਣਾ ਜਲੰਧਰ ਦੇ ਵਿੱਚ ਜਿਹੜੇ ਆਪਣੇ ਫਾਈਨਾਂਸ ਮਿਨਿਸਟਰ ਨੇ ਤੇ ਨਾਲ ਦੀ ਨਾਲ ਉਹ ਸਹਿਕਾਰਤਾ ਮੰਤਰੀ ਨੇ ਉਹਨਾਂ ਨਾਲ ਲੰਬੀ ਚੌੜੀ ਇੱਕ ਮੀਟਿੰਗ ਕਰੀ, ਕਈ ਘੰਟੇ ਉਹ ਮੀਟਿੰਗ ਚੱਲੀ। ਉਹਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਮੀਟਿੰਗ ਕਰਾਉਣ ਦਾ ਭਰੋਸਾ ਸੀਗਾ ਕਿ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾਈ ਜਾਵੇਗੀ ਤੇ ਜਲਦ ਰਾਸ਼ੀ ਜਿਹੜੀ ਇਹ ਰਿਲੀਜ਼ ਕੀਤੀ ਜਾਵੇਗੀ। ਕਿਤੇ ਨਾ ਕਿਤੇ ਸਾਰੇ ਮਾਮਲੇ ਦੇ ਵਿੱਚ ਨਾ ਜਿਹੜੀ ਸਾਡਾ ਤਾਣਾ ਬਾਣਾ ਇੰਨਾ ਉਲਝਿਆ ਹੋਇਆ। ਹੁਣ ਇਹ ਗੱਲ ਆ ਕਿ ਜਿੱਥੇ ਤੇ ਇਹਨਾਂ ਨੇ ਅਦਾਇਗੀ ਕਰਨੀ ਹੈ ਗੰਨੇ ਦੀ, ਉੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਜਿਹੜੀ ਚੀਨੀ ਆ ਉਹ ਸ਼ੂਗਰ ਮਿੱਲਾਂ ਦੇ ਵਿੱਚ ਪਈ ਆ, ਖਾਸ ਕਰਕੇ ਸਹਿਕਾਰੀ ਖੰਡ ਮਿੱਲਾਂ ਦੇ ਵਿੱਚ। ਉਹਨੂੰ ਕੋਈ ਵੇਚਣ ਵਾਲੇ ਨਹੀਂ ਆ ਰਿਹਾ। ਹੁੰਦਾ ਕੀ ਹੈ ਕਿ ਕਿਵੇਂ ਮਿਲੀ ਭੁਗਤ ਚੱਲਦੀ ਆ, ਜਦੋਂ ਸੀਜ਼ਨ ਚੱਲਦਾ ਉਦੋਂ ਜਿਹੜਾ ਸੀਰਾ ਹੁੰਦਾ ਉਹ ਪ੍ਰਾਈਵੇਟ ਮਿੱਲ ਦੇ ਜਿਹੜੇ ਲੋਕ ਨੇ ਉਹ ਆਪਣਾ ਮਿੱਲ ਰੋਕ ਕੇ ਰੱਖਦੇ ਨੇ ਤਾਂ ਕਿ ਉਹ ਮਹਿੰਗਾ ਵੇਚੂਗੇ। ਉਦੋਂ ਸਰਕਾਰ ਦਾ ਜਿਹੜਾ ਸੀਰਾ ਹੈ ਉਹ ਸਸਤੇ ਭਾਅ ਨਿਕਲ ਜਾਂਦਾ, ਵੇਚ ਦਿੱਤਾ ਜਾਂਦਾ। ਜਦੋਂ ਚੀਨੀ ਦਾ ਰੇਟ ਵਧਣਾ ਹੁੰਦਾ ਤਾਂ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਜਿਹੜੀ ਸਹਿਕਾਰੀ ਖੰਡ ਮਿੱਲਾਂ ਦੀ ਚੀਨੀ ਆ ਉਹ ਵੇਚ ਦਿੱਤੀ ਜਾਂਦੀ ਆ। ਪ੍ਰਾਈਵੇਟ ਵਾਲੇ ਆਪਣਾ ਰੋਕ ਕੇ ਰੱਖਦੇ ਕਿ ਉਹਦਾ ਰੇਟ ਵਧੇ। ਜਿਹੜਾ ਸਾਡਾ ਬਿਊਰੋਕ੍ਰੇਸੀ ਦਾ ਜਾਂ ਰਾਜਨੀਤਿਕ ਲੋਕਾਂ ਦਾ ਜਾਂ ਵਪਾਰੀਕਰਨ ਦਾ ਜਿਹੜੇ ਵਪਾਰੀਆਂ ਦਾ ਜਿਹੜੀ ਮਿਲੀ ਭੁਗਤ ਚੱਲ ਰਹੀ ਹੈ ਇਹ ਕਿਤੇ ਨਾ ਕਿਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਰਿਹਾ। ਇਹੀ ਨੁਕਸਾਨ ਜਿਹੜਾ ਹੋ ਰਿਹਾ, ਪੰਜਾਬ ਦਾ ਨੁਕਸਾਨ ਹੋ ਰਿਹਾ, ਪੰਜਾਬ ਦੇ ਭਾਈਚਾਰੇ ਦਾ ਨੁਕਸਾਨ ਹੋ ਰਿਹਾ, ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ। ਕਿਤੇ ਨਾ ਕਿਤੇ ਜਿਹੜੇ ਉਹ ਰੱਜੇ ਪੁੱਜੇ ਲੋਕ ਨੇ, ਰਾਜਸੀ ਲੋਕ ਨੇ ਜਾਂ ਵੱਡੇ ਅਫਸਰ ਨੇ, ਉਹਨਾਂ ਦੀ ਜਿਹੜੀ ਇਸ ਸਾਠ-ਗੰਢ ਬਣ ਗਈ ਇਹ ਕਿਤੇ ਨਾ ਕਿਤੇ ਅੱਗੇ ਨਾ ਅੱਗੇ ਵੱਧਦੀ ਜਾ ਰਹੀ ਹੈ। ਇਹ ਪੰਜਾਬ ਦੇ ਪੁਆੜਿਆਂ ਦੀ ਜੜ ਹੈ। ਹੁਣ ਤੁਸੀਂ ਦੇਖੋ ਜਿਹੜੀਆਂ ਪਿਛਲੇ ਦਿਨਾਂ ਦੇ ਦੌਰਾਨ ਦੀਪਕ ਜੀ ਜਿਹੜੇ 2-3 ਮਾਮਲੇ ਆਏ ਨੇ, ਚਾਹੇ ਸਾਧੂ ਸਿੰਘ ਧਰਮਸੋਤ ਦਾ ਆ ਜਾਂ ਇਹਨਾਂ ਦੇ ਆਪਣੇ ਮੰਤਰੀ ਦਾ ਜਿਹੜੇ ਡਾਕਟਰ ਸਿੰਗਲਾ ਨੇ, ਇਹ ਕਿਵੇਂ ਆ ਰਹੇ? ਉਹਦੇ 'ਚ ਇਹੀ ਮਾਮਲੇ ਸਾਹਮਣੇ ਆ ਰਹੇ ਨੇ ਕਿ ਜਿਹੜੇ ਅਫਸਰ ਤੇ ਪੋਲੀਟੀਸ਼ੀਅਨ ਨੇ ਇਹ ਮਿਲੇ ਹੋਏ ਨੇ, ਇਹ ਮਿਲ ਕੇ ਹੀ ਸਾਰੀ ਗੇਮ ਆ ਜਿਹੜੀ ਉਹ ਖੇਡ ਰਹੇ ਨੇ। ਮਸਲਾ ਇੱਥੇ ਹੀ ਖੜਾ ਕਿ ਅਫਸਰਸ਼ਾਹੀ ਅਜੇ ਵੀ ਹਾਵੀ ਆ। ਪਹਿਲੀਆਂ ਸਰਕਾਰਾਂ 'ਚ ਵੀ ਇਹੀ ਚਰਚਾ ਸੀ, ਹੁਣ ਵਾਲੀ ਸਰਕਾਰ 'ਚ ਵੀ ਫਿਰ ਇੱਕ ਵਾਰ ਚਰਚਾ ਹੀ ਭਾਰੀ ਹੁੰਦੀ ਜਾ ਰਹੀ ਕਿ ਅਫਸਰਸ਼ਾਹੀ ਚਲਾਉਣ ਲੱਗੀ ਆ। ਪਰ ਇਹ ਸਭ ਦੇ ਦਰਮਿਆਨ ਜਿਹੜੇ 2 ਸਾਬਕਾ ਮੰਤਰੀਆਂ ਦੀ ਲੈ ਕੇ ਚਰਚਾ ਛਿੜੀ ਆ, ਪਹਿਲਾਂ ਮੌਜੂਦ ਕਰਾਉਣਾ ਚਾਹੁੰਦਾ, ਫਿਰ ਹੋਰ ਲੰਬੀ ਲਿਸਟ 'ਤੇ ਵੀ ਆਪਾਂ ਗੱਲ ਕਰਾਂਗੇ। ਕਹਿੰਦੇ ਕਿ 2 ਸਾਬਕਾ ਮੰਤਰੀ ਅੱਜ ਕੱਲ੍ਹ ਹਾਈ ਕੋਰਟ ਦੇ ਦਰਵਾਜ਼ੇ 'ਤੇ ਪਹੁੰਚੇ ਨੇ। ਇੱਕ ਕਹਿੰਦਾ ਮੈਨੂੰ ਜ਼ਮਾਨਤ ਨਹੀਂ ਮਿਲਦੀ, ਦੂਜਾ ਕਹਿੰਦਾ ਮੈਨੂੰ ਗ੍ਰਿਫਤਾਰ ਕਰ ਸਕਦੇ ਨੇ।
ਉਹ ਕਹਿੰਦਾ ਮੈਨੂੰ ਜ਼ਮਾਨਤ ਦਵਾ ਦਿਓ, ਉਹ ਕਹਿੰਦਾ ਮੈਨੂੰ ਪਹਿਲਾਂ ਨੋਟਿਸ ਦਵਾ ਦਿਓ ਗ੍ਰਿਫਤਾਰੀ ਤੋਂ ਪਹਿਲਾਂ। ਕੀ ਹੈ ਮਾਮਲਾ? ਦੇਖੋ, ਜਿਹੜੇ ਤੁਸੀਂ ਜ਼ਮਾਨਤ ਵਾਲੀ ਗੱਲ ਕੀਤੀ ਆ ਡਾਕਟਰ ਸਿੰਗਲੇ ਹੋਰਾਂ ਦੀ, ਉਹ ਤਾਂ ਇੰਨੀ ਫੁਰਤੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਸਰਕਾਰ ਨੇ ਦਿਖਾਈ ਹੋਵੇ, ਜਾਂ ਇੰਨੀ ਤੇਜ਼ੀ ਨਾਲ ਕੋਈ ਮੰਤਰੀ ਆ ਜਿਹੜਾ ਫੜਿਆ ਜਾਂਦਾ ਹੋਵੇ। ਉਹ ਫੜਿਆ ਗਿਆ, ਉਹਦਾ ਪੁਲਿਸ ਰਿਮਾਂਡ ਹੋਇਆ, ਜੁਡੀਸ਼ੀਅਲ ਰਿਮਾਂਡ ਹੋਇਆ, ਉਹ ਤੋਂ ਬਾਅਦ ਹੁਣ ਉਹਨੇ ਆਪਣੀ ਜ਼ਮਾਨਤ ਜਿਹੜੀ ਉੱਥੇ ਲਾਈ ਆ ਹਾਈ ਕੋਰਟ ਵਿੱਚ, ਕਿਉਂਕਿ ਲੋਅਰ ਕੋਰਟ ਤੇ ਉਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਉਹ ਰੱਦ ਹੋ ਚੁੱਕੀਆਂ। ਉਹ ਉਹਨਾਂ ਦਾ ਹੁਣ ਕਾਨੂੰਨੀ ਇੱਕ ਹੱਕ ਆ। ਕੋਈ ਵੀ ਵਿਅਕਤੀ ਕਿਸੇ ਵੀ ਮਾਮਲੇ 'ਚ ਜਦੋਂ ਫਸਦਾ ਹੈ ਤਾਂ ਉਹ ਜ਼ਮਾਨਤ ਲੈਣ ਵਾਸਤੇ ਅਦਾਲਤਾਂ ਦੇ ਵਿੱਚ ਹੀ ਜਾਂਦਾ ਹੈ। ਉਹ ਉਹਨਾਂ ਦਾ ਕਾਨੂੰਨੀ ਹੱਕ ਹੈਗਾ, ਜਾ ਸਕਦੇ। ਹੁਣ ਅਦਾਲਤ ਨੇ ਫੈਸਲਾ ਕਰਨਾ ਕਿ ਉਹਨਾਂ ਨੂੰ ਜ਼ਮਾਨਤ ਦੇਣੀ ਆ ਜਾਂ ਨਹੀਂ ਦੇਣੀ। ਪਰ ਜਿੱਥੇ ਤੱਕ ਦੂਜੇ ਮੰਤਰੀ ਦੀ ਤੁਸੀਂ ਗੱਲ ਕੀਤੀ ਆ ਕਿ ਹਲੇ ਤਾਂ ਉਹਦਾ ਨਾਮ ਹੀ ਚੱਲਦਾ ਹੈ ਕਿ ਕੰਪਲੇਂਟ ਆ ਜਿਹੜੀ ਕੋਈ 2000 ਕਰੋੜ ਰੁਪਏ ਦਾ ਕੋਈ ਘਪਲਾ ਜਿਹੜਾ ਉਹ ਦੱਸ ਰਹੇ ਨੇ। ਕੋਈ ਮਜ਼ਦੂਰ ਯੂਨੀਅਨ ਜਿਹੜੀ ਠੇਕਾ ਉੱਥੇ ਮੰਡੀਆਂ ਦੀਆਂ ਟਰਾਂਸਪੋਰਟੇਸ਼ਨ ਮੰਡੀਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੰਮ ਦਿੱਤੇ ਜਾਂਦੇ ਆ, ਵੀ ਉਹ ਛੋਟੇ ਠੇਕੇਦਾਰਾਂ ਦਾ ਗਲ ਘੁੱਟ ਕੇ ਕੁਝ ਚਹੇਤੇ ਲੋਕ ਨੇ ਜਿਹੜੇ ਉਹ ਉਹਨਾਂ ਨੂੰ ਦੋਸ਼ ਲੱਗ ਰਹੇ ਨੇ। ਤੁਸੀਂ ਦੇਖੋ ਕਿ ਉਹ ਜਿਹੜਾ ਮੰਤਰੀ ਆ ਵਿਭਾਗ ਦਾ ਭਾਰਤ ਭੂਸ਼ਣ ਆਸ਼ੂ ਆ, ਜਿਹੜੇ ਉਹ ਹਲੇ ਜਾਂਚ ਸ਼ੁਰੂ ਵੀ ਨਹੀਂ ਹੋਈ, ਜਾਂ ਹਲੇ ਸਿੱਧਾ ਉਹਨਾਂ ਕੋਈ ਮਾਮਲਾ ਪਰਚਾ ਜਿਹੜਾ ਦਰਜ ਨਹੀਂ ਹੋਇਆ, ਪਰ ਉਹ ਆਪਣੀ ਗ੍ਰਿਫਤਾਰੀ ਤੋਂ ਬਚਣ ਵਾਸਤੇ ਕਿਵੇਂ ਸਿੱਧੇ ਹਾਈ ਕੋਰਟ 'ਚ ਜਾ ਰਹੇ ਨੇ। ਨਹੀਂ, ਇਹ ਉਹਨਾਂ ਨੂੰ ਆਪਣੇ ਕਾਰਜਾਂ ਕਰਕੇ ਡਰ ਲੱਗ ਰਿਹਾ ਜਾਂ ਸਰਕਾਰ ਦੀਆਂ ਨੀਤੀਆਂ ਕਰਕੇ ਡਰ ਲੱਗ ਰਿਹਾ? ਦੇਖੋ ਜੀ, ਗੱਲ ਇਹ ਹੈ ਜੀ, ਜੇ ਤੁਸੀਂ ਸਾਫ਼ ਹੋ, ਸਹੀ ਕੰਮ ਕੀਤੇ ਹੋਏ ਆ, ਫਿਰ ਤੁਹਾਨੂੰ ਜ਼ਮਾਨਤ ਲੈਣ ਦੀ ਨੋਟਿਸ। ਪੰਜਾਬੀ ਦੀ ਕਹਾਵਤ ਆ ਵੀ ਪੱਲੇ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ। ਫਿਰ ਤੁਹਾਨੂੰ ਕਾਹਦਾ ਡਰ ਆ? ਬਿਲਕੁਲ। ਤੇ ਰਹਿੰਦੀ ਖੁੰਦੀ ਕਸਰ ਤਾਂ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਕਹਿੰਦੇ ਰਹੇ ਆ ਕਿ ਮੇਰੀ ਸਰਕਾਰ ਦੇ ਕਈ MLA ਮੰਤਰੀ ਆ ਜਿਹੜੇ ਕਈ ਤਰ੍ਹਾਂ ਦੇ ਕਾਰੋਬਾਰਾਂ ਨਾਲ ਜੁੜੇ ਹੋਏ ਨੇ। ਉਹਨਾਂ ਨੇ ਸ਼ਰਾਬ ਦੀ ਗੱਲ ਵੀ ਕੀਤੀ, ਖਾਸ ਕਰਕੇ ਮੈਨਿੰਗ ਦੀ ਗੱਲ ਕੀਤੀ ਸੀ। ਸੱਤਾ ਦੇ ਗਲਿਆਰਿਆਂ ਦੇ ਵਿੱਚ ਇਹੀ ਚਰਚਾ ਚੱਲ ਰਹੀ ਆ ਕਿ ਜਿਹੜਾ ਸਾਧੂ ਸਿੰਘ ਧਰਮਸੋਤ ਆ ਜਿਹੜਾ ਉਹ ਤਾਂ ਫੜਿਆ ਗਿਆ ਏ, ਪਰ ਉਹ ਇੰਨੀ ਜ਼ਿਆਦਾ ਉਹਨੇ ਕਰਪਸ਼ਨ ਭਾਵੇਂ ਕਿ ਕੀਤੀ ਆ, ਇਸ ਗੱਲ ਨੂੰ ਤਾਂ ਸਾਰੇ ਮੰਨ ਰਹੇ ਨੇ ਕਿ ਉਹਨਾਂ ਨੇ ਕਰਪਸ਼ਨ ਕੀਤੀ ਆ, ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਅਫਸਰਸ਼ਾਹੀ 'ਚ ਸੱਤਾ ਦੇ ਗਲਿਆਰ 'ਚ ਇਹ ਚਰਚਾ ਜ਼ਰੂਰੀ ਹੈ ਕਿ ਸਾਧੂ ਸਿੰਘ ਧਰਮਸੋਤ ਨੇ ਇੰਨੀ ਕਰਪਸ਼ਨ ਨਹੀਂ ਕੀਤੀ ਜਿੰਨੇ ਪੰਜਾਬ ਸਰਕਾਰ ਦੇ ਵਿੱਚ ਸ਼ਾਮਲ ਉਦੋਂ ਦੇ ਹੋਰ ਮੰਤਰੀਆਂ ਨੇ ਕੀਤੀ। ਉਹਨਾਂ ਦੀ ਵਾਰੀ ਉਹਨਾਂ ਦੇ ਮਤਲਬ ਇਹਦੇ ਨਾਲੋਂ 2 ਗੁਣਾ ਵੱਧ ਉਹਨਾਂ ਨੇ ਜਿਹੜੀ ਕਰਪਸ਼ਨ ਆ ਉਹ ਕੀਤੀ ਹੋਈ ਆ। ਇਸ ਮਾਮਲੇ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਜਿਹੜੇ ਸਾਡੇ ਇਹ ਮੰਤਰੀ ਨੇ ਉਹਨਾਂ ਦੇ ਵਿੱਚ ਡਰ ਪੈਦਾ ਹੋ ਰਿਹਾ ਕਿ ਸਾਨੂੰ ਝੂਠੇ ਕੇਸ 'ਚ ਫਸਾਉਂਦਾ। ਜਦੋਂ ਵੀ ਕਿਸੇ ਪਰ ਗ੍ਰਿਫਤਾਰੀ ਹੁੰਦੀ ਆ ਜਾਂ ਕੇਸ ਦਰਜ ਹੁੰਦਾ, ਉਹਦਾ ਸਰਕਾਰ ਦੇ ਪਰ ਸਭ ਤੋਂ ਵੱਡਾ ਐਲੀਗੇਸ਼ਨ ਇਹੀ ਹੁੰਦਾ ਕਿ ਬੈਡੈਂਟਾ ਪੋਲਿਟਿਕਸ ਆ ਜਿਹੜੀ ਉਹ ਕਰ ਰਹੇ ਨੇ, ਬਦਲਾ ਲਊ ਭਾਵਨਾ ਦੇ ਨਾਲ ਕੇਸ ਦਰਜ ਕੀਤਾ ਜਾਂਦਾ। ਪਰ ਇਹ ਨਹੀਂ ਦੇਖਦੇ ਕਿ ਉਹਨਾਂ ਨੇ ਆਪਣੇ ਰਾਜ ਦੇ ਵਿੱਚ ਕਿਵੇਂ ਚੰਮਦੀਆਂ ਚਲਾਈਆਂ, ਕਿਵੇਂ ਚਹੇਤਿਆਂ ਨੂੰ ਲਾਭ ਦੇਣ ਵਾਸਤੇ ਆਮ ਲੋਕਾਂ ਦੇ ਹੱਕ ਮਾਰ ਕੇ ਆਪਣੇ ਕੁਝ ਕੁ ਚਹੇਤੇ ਲੋਕ ਤੇ ਉਹਨਾਂ ਨੂੰ ਕਿਵੇਂ ਲਾਭ ਪਹੁੰਚਾਇਆ ਜਾਂ ਉਹਨਾਂ ਦੇ ਜ਼ਰੀਏ ਆਪ ਕਿਵੇਂ ਪੈਸੇ ਕਮਾਏ ਨੇ। ਇਹ ਹੁਣ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਹੋਣ ਲੱਗੀ ਹੈ ਕਿ ਸਰਕਾਰ ਬਦਲਣ ਤੋਂ ਬਾਅਦ ਜਿਹੜੀ ਅਫਸਰਸ਼ਾਹੀ ਨੇ ਕਿਤੇ ਨਾ ਕਿਤੇ ਕੰਮ ਆ ਜਿਹੜਾ ਕਰਨ ਦਾ ਸ਼ੁਰੂ ਕੀਤਾ, ਪਰ ਹਜੇ ਵੀ ਉਸ ਗਤੀ ਨਾਲ ਕੰਮ ਸ਼ੁਰੂ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ। ਸਿਬੜ ਜੀ, ਤੁਸੀਂ ਗੱਲ ਕਰ ਰਹੇ ਹੋ ਕਿ ਇਹ ਚਰਚਾਵਾਂ ਰਾਜਨੀਤਿਕ ਗਲਿਆਰਿਆਂ 'ਚ ਵੀ ਨੇ, ਪੱਤਰਕਾਰਾਂ 'ਚ ਵੀ ਨੇ, ਨਵੀਂ ਸਰਕਾਰ 'ਚ ਵੀ ਨੇ, ਅਫਸਰਾਂ 'ਚ ਵੀ ਨੇ ਕਿ ਹੋਰ ਲਾਈਨ ਬਹੁਤ ਲੰਬੀ ਆ ਜੇ ਭ੍ਰਸ਼ਟਾਚਾਰ ਕਰਨ ਵਾਲਿਆਂ ਦੀ। ਕੀ ਅਕਾਲੀ ਦਲ ਦੇ ਸਮੇਂ ਦੇ ਕਾਰਜਕਾਲ ਦੀ ਵੀ ਜਾਂਚ ਹੋਏਗੀ? ਕੀ ਕੈਪਟਨ ਔਰ ਚੰਨੀ ਦੇ ਪੂਰੇ ਕਾਰਜਕਾਲ ਦੀ ਜਾਂਚ ਹੋਏਗੀ? ਜਾਂ ਤੈਅ ਕਰਕੇ ਕਿ ਇਸ ਸਮੇਂ 'ਤੇ ਹੀ ਆਹ ਸ਼ਾਟ ਮਾਰਨਾ ਕਿ ਲੈ ਵੀ ਇੱਕ ਸ਼ਾਟ ਮਾਰ ਲਓ, ਇੱਕ ਜਿਮਨੀ ਚੋਣ ਜਿੱਤ ਲਓ, 24 'ਚ ਦੇਖਾਂਗੇ ਫਿਰ ਜਦੋਂ MP ਚੋਣਾਂ ਆਉਣਗੀਆਂ, ਜਾਂ ਸਾਡਾ ਕੋਈ ਮੁੱਦਾ ਖੜਾ ਹੋਊਗਾ ਫਿਰ ਇੱਕ ਅੱਧਾ ਕੋਈ ਪੰਗਾ ਖੜਾ ਕਰ ਲਾਂਗੇ ਕਿ ਲਓ ਜੀ ਖੋ ਟੰਗ ਲਿਆ। ਸੋ ਕੀ ਆਪਣੇ ਨਲਾਇਕੀਆਂ ਨੂੰ ਲੁਕਾਉਣ ਲਈ ਸਰਕਾਰ ਕਰੂਗੀ ਜਾਂ ਲੱਗਦਾ ਪੂਰਾ? ਕਿਉਂਕਿ ਇੱਕ ਚਰਚਾ ਹੈ ਕਿ ਜਿਹੜੇ BJP 'ਚ ਗਏ ਨੇ ਉਹ ਆਪਣੀ ਚਮੜੀ ਬਚਾਉਣ ਲਈ ਗਏ ਨੇ, ਕਹਿੰਦੇ ਕੀ ਉਹਨਾਂ ਤੱਕ ਵੀ ਜਾਊਗਾ ਇਹ ਸੇਕ, ਜਾਂ ਸਿਰਫ ਅਜੇ ਗਿਲਜੀਆਂ ਉਹਦਾ ਨਾਂ ਚੱਲਦਾ ਸੰਗਤ ਸਿੰਘ ਗਿਲਜੀਆਂ ਦਾ ਜਾਂ ਭਾਰਤ ਆਸ਼ੂ ਦਾ, ਕਿ ਉੱਧਰ ਵੀ ਜਾਊਗੇ? ਕਿਸੇ ਦੇ ਕਿੱਟਾਂ ਦਾ ਮਸਲਾ, ਕਿਸੇ ਦਾ ਪਲਾਟਾਂ ਦਾ ਮਸਲਾ ਹੈ, ਕਿਸੇ ਦਾ ਗਊਸ਼ਾਲਾ ਦਾ ਮਸਲਾ ਹੈ, ਕਿਸੇ ਦੀਆਂ ਵਜੀਫਿਆਂ ਵਾਲਾ ਮਸਲਾ ਹੈ, ਕਿ ਉੱਥੇ ਤੱਕ ਜਾਊਗੀ? ਜਾਂ BJP ਵਾਲੇ ਘਰ 'ਚ ਨਹੀਂ ਦੇਖਦੀ ਅੱਜ ਕੱਲ੍ਹ ਆਮ ਆਦਮੀ ਪਾਰਟੀ ਦਾ ਵਿਜੀਲੈਂਸ? ਦੇਖੋ, ਗੱਲ ਇਹ ਹੈ ਕਿ ਕਿਹਾ ਜਾਂਦਾ ਹੈ ਕਿ ਬਾਤ ਨਿਕਲੇਗੀ ਤੋਂ ਦੂਰ ਤੱਕ ਜਾਏਗੀ। ਮੈਨੂੰ ਲੱਗਦਾ ਹੈ ਕਿ ਜੇਕਰ ਸਰਕਾਰ ਨਿਰੰਤਰ ਤੇ ਸਹੀ ਢੰਗ ਨਾਲ ਜਾਂਚ ਕਰਵਾਏਗੀ ਤਾਂ ਮਾੜੀ ਮੋਟੀ ਇਹਨਾਂ ਦੀ ਭਾਲਾ ਜਿਹੜੀ ਲੋਕਾਂ ਦੇ ਵਿੱਚ ਫਿਰ ਬਣੀ ਰਹੇਗੀ। ਜੇ ਇਹਨਾਂ ਨੇ ਵੀ ਇਹੀ ਗੱਲ ਕਰਿਆ ਕਿ 2-4 ਲੋਕ ਆ ਜਿਹੜੇ ਇਹਨਾਂ ਪਰ ਕਾਰਵਾਈ ਕਰਕੇ ਮੁੜ ਕੇ ਪੱਲਾ ਝਾੜ ਕੇ ਚੁੱਪ ਕਰਕੇ ਬੈਠ ਗਏ, ਫਿਰ ਇਹਨਾਂ ਦਾ ਅਸਰ ਵੀ ਉਹੀ ਹੋਵੇਗਾ ਕਿ ਜਿਵੇਂ ਹੁਣ ਤੋਂ ਪਹਿਲਾਂ ਵਾਲਿਆਂ ਦਾ ਹੋਇਆ। ਕਿਉਂਕਿ ਹੁਣ ਪੰਜਾਬ ਦੇ ਲੋਕ
ਬਾਰ-ਬਾਰ ਪਰਖ ਕੇ ਦੇਖ ਚੁੱਕੇ ਨੇ। ਉਹਨਾਂ ਨੇ ਅਕਾਲੀ ਦਲ ਨੂੰ ਵੀ ਪਰਖਿਆ, ਕਾਂਗਰਸ ਨੂੰ ਵੀ ਪਰਖਿਆ, ਹੋਰਾਂ ਨੂੰ ਵੀ ਪਰਖਿਆ, ਹੁਣ ਬੀਜੇਪੀ ਨੂੰ ਪਰਖਿਆ ਜਾਂ ਆਪ ਨੂੰ ਪਰਖ ਲਿਆ। ਹੁਣ ਇਹਦਾ ਮਤਲਬ ਇਹ ਨਹੀਂ ਹੋਊਗਾ ਜੇ ਕਾਂਗਰਸ ਵਾਲੇ ਇਹ ਸੋਚਣ ਕਿ ਆਪ ਤੇ ਮੋਹ ਭੰਗ ਹੋ ਜਾਊਗਾ, ਫਿਰ ਸਾਡੇ ਕਿ ਨਹੀਂ ਮੁੜੇ ਆਉਣਗੇ ਲੋਕ, ਜਾਂ ਅਕਾਲੀ ਦਲ ਵਾਲੇ ਸੋਚਣ ਕਿ ਲੋਕਾਂ ਦਾ ਮੋਹ ਆਪ ਤੋਂ ਭੰਗ ਹੋ ਜਾਊਗਾ, ਸਾਨੂੰ ਸਾਡੇ ਵਾਲੇ ਪਾਸੇ ਹੋਊਗਾ। ਹੁਣ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਦਾ ਹੋਊਗਾ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡਾ ਬਦਲਾਅ ਵੀ ਆ ਸਕਦਾ ਹੈ। ਕੋਈ ਨਵੀਂ ਪਾਰਟੀ ਖੜ ਸਕਦੀ ਹੈ, ਕੋਈ ਨਵੀਂ ਨੌਜਵਾਨ ਪੀੜ੍ਹੀ ਅੱਗੇ ਹੋ ਕੇ ਕੋਈ ਮੁਹਿੰਮ ਚਲਾ ਸਕਦੀ ਹੈ, ਕੁਝ ਵੀ ਹੋ ਸਕਦਾ ਹੈ, ਕਿਉਂਕਿ ਲੋਕ ਅੱਕੇ ਹੋਏ ਨੇ। ਲੋਕਾਂ ਨੂੰ ਕੁਸ਼ਾਸਨ ਤੋਂ ਜਿਹੜਾ ਹੋਇਆ ਉਹਨਾਂ ਨੂੰ ਇਨਸਾਫ ਕਿਤੇ ਮਿਲ ਨਹੀਂ ਰਿਹਾ, ਨਿਆਂ ਨਹੀਂ ਮਿਲ ਰਿਹਾ। ਹੁਣ ਮੈਂ ਅੱਜ ਇੱਕ ਖਬਰ ਆ ਦੀਪਕ ਜੀ, ਮੇਰੇ ਹੁਣ ਯਾਦ ਆ ਕਿ ਵੀ ਨਿਆਂ ਨਹੀਂ ਮਿਲਦੀ ਦੀ ਗੱਲ ਹੈ। 31 ਸਾਲ ਪਹਿਲਾਂ 1992 ਦੇ ਵਿੱਚ ਇੱਕ ਬੇਲਦਾਰ ਆ ਜਿਹੜਾ ਉਹ ਲਾਪਤਾ ਹੋ ਜਾਂਦਾ, ਨੌਕਰੀ ਤੇ ਕਰਦਾ। ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਕੋਈ ਟੌਂਸਾ, ਉੱਥੇ ਦਾ ਮੋਦਨ ਸਿੰਘ ਦਾ ਬੇਟਾ ਹੈ ਉਹ। ਦੇਖੋ ਉਦੋਂ ਤੋਂ ਲੈ ਕੇ ਲਗਾਤਾਰ ਮਹਿਕਮੇ ਕੋਲ ਬੇਲਦਾਰ ਸੀਗਾ, ਜੰਗਲਾਤ ਵਿਭਾਗ ਦੇ ਰਾਹੀਂ ਜਾਂ ਜਿਹੜਾ ਦੂਜਾ ਉਹਨਾਂ ਦਾ ਲੋਕ ਨਿਰਮਾਣ ਵਿਭਾਗ, ਜਿਹੜੇ ਵੀ ਵਿਭਾਗ ਦਾ ਸੀਗਾ, ਉਹ ਇਨਸਾਫ ਲਈ ਠੋਕਰਾਂ ਖਾਂਦਾ ਉਹਦਾ ਬਾਪੂ ਮੋਦਨ ਸਿੰਘ ਆ ਜਿਹੜਾ ਫਿਰਦਾ ਰਿਹਾ ਕਿ ਮੈਨੂੰ ਉਸ ਪੁੱਤ ਦੇ ਜਿਹੜੇ ਮੇਰੇ ਬਕਾਇਆ ਏ ਉਹ ਦਿੱਤੇ ਜਾਣ, ਜਾਂ ਜਿਹੜੀ ਉਹਦੀ ਪੈਨਸ਼ਨ ਆ, ਫੈਮਿਲੀ ਪੈਨਸ਼ਨ ਆ, ਉਹ ਲਗਵਾਈ ਜਾਣੀ ਚਾਹੀਦੀ ਹੈ। ਪਰ ਨਹੀਂ ਲਵਾਈ। ਕਦੇ ਖਜ਼ਾਨਾ ਵਿਭਾਗ ਰੋਕ ਲਾਉਂਦਾ, ਕਦੇ ਕੁਛ ਲਾਉਂਦਾ, ਕਦੇ ਕੁਛ ਲਾਉਂਦਾ। ਆਖਰ ਕੇ ਉਹ ਥੱਕ ਹਾਰ ਕੇ ਉਹ 3 ਸਾਲ ਪਹਿਲਾਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਆ ਕੇ ਆਪਣੀ ਜਦੋਂ ਸਾਰੇ ਪਾਸੇ ਹੱਕ ਹੈ ਉੱਥੇ ਤੇ ਉਹਨਾਂ ਨੇ ਆਪਣੀ ਪੜਤਾਲ ਸ਼ੁਰੂ ਕਰਾਈ, ਇਕੱਲੇ ਵਿਭਾਗ ਨੂੰ ਬੁਲਾਇਆ, ਚੈੱਕ ਕੀਤੇ, ਤਾਂ ਜਾ ਕੇ ਕਿਤੇ ਉਹ ਹੋਇਆ। ਪਰ ਜਦੋਂ ਉਸ ਬੰਦੇ ਨੂੰ ਵਿਚਾਰੇ ਨੂੰ ਜਿਹੜਾ ਉਹ ਮਿਲਣਾ ਸੀਗਾ, ਉਹ ਮੋਦਨ ਸਿੰਘ ਆ ਜਿਹੜਾ 31 ਸਾਲ ਤੋਂ ਜਿਹੜਾ ਇਨਸਾਫ ਲਈ ਭੜਕਦਾ ਹੋਇਆ, ਉਹਦੀ ਵੀ 6 ਮਹੀਨੇ ਪਹਿਲਾਂ ਜਿਹੜੀ ਮੌਤ ਹੋ ਗਈ। ਉਹਦੀ ਮੌਤ ਤੋਂ ਬਾਅਦ ਹੁਣ ਆਰਡਰ ਆਏ ਆ ਕਿ ਜਿਹੜਾ ਖਜ਼ਾਨਾ ਵਿਭਾਗ ਆ ਉਹਨਾਂ ਨੇ ਉਹਨਾਂ ਦੀ ਜਿਹੜੀ ਰਾਸ਼ੀ ਆ ਉਹ ਰਿਲੀਜ਼ ਕਰਨ ਵਾਸਤੇ ਫੈਸਲਾ ਕਰ ਲਿਆ, ਜਾਂ ਕਹਿਤਾ ਵੀ ਅਸੀਂ ਰਿਲੀਜ਼ ਕਰਾਂਗੇ। ਆ ਤਸਵੀਰ ਆ ਸਾਡੇ ਸਿਸਟਮ ਦੀ, ਇਹ ਸਾਡੇ ਸਿਸਟਮ ਦੀ ਤਸਵੀਰ ਆ ਕਿ ਅਸੀਂ ਕਿੱਥੇ ਖੜੇ ਨੇ। ਉਹ ਮੁਲਾਜ਼ਮ ਜਿਨ੍ਹਾਂ ਦੇ ਨਾਲ, ਉਹ ਚਾਹੇ ਕੱਚਾ, ਚਾਹੇ ਪੱਕਾ, ਚਾਹੇ ਛੋਟਾ, ਚਾਹੇ ਵੱਡਾ ਮੁਲਾਜ਼ਮ, ਤੁਹਾਡੀ ਡਿਪਾਰਟਮੈਂਟ ਦਾ ਮੁਲਾਜ਼ਮ ਸੀਗਾ, ਤੁਸੀਂ ਉਹ 31 ਸਾਲ ਤੁਸੀਂ ਦੇਖੋ ਕਿਵੇਂ ਉਸ ਮਾਂ ਬਾਪ ਨੇ ਨਾਲੇ ਬੱਚਾ ਗਵਾਇਆ, ਨਾਲੇ ਉਹਦੀ ਕੋਈ ਰਾਸ਼ੀ, ਕਿਵੇਂ ਉਹਨੇ ਧੱਕੇ ਖਾਦੇ, ਕਿੱਥੇ ਬਜ਼ੁਰਗ ਮਾਂ ਬਾਪ ਉੱਥੇ ਫਿਰਦੇ ਰਹੇ, ਤੇ ਉਹ ਵਿਚਾਰਾ ਕਿਵੇਂ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਇਹੀ ਆਪਾਂ ਦੇਖ ਰਹੇ ਤੇ ਕਿ ਪਿਛਲੇ ਜਿਹੜਾ ਆਪਣਾ ਸਾਬਕਾ DGP ਸਮੇਧ ਸੈਣੀ, ਉਹਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਤੱਕ ਸਭ ਤੋਂ ਜਿਹੜੀ ਦੇਸ਼ ਦੀ ਸਭ ਤੋਂ ਉੱਚ ਅਦਾਲਤ ਆ, ਉੱਥੇ ਇੱਕ ਵਿਧਵਾ ਜਿਹੜੀ ਇਨਸਾਫ ਲੈਣ ਲਈ ਉੱਥੇ ਤੱਕ ਜਾ ਰਹੀ ਆ, ਉੱਥੇ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ, ਉਹ ਵਿਧਵਾ ਵੀ ਮਰ ਗਈ। ਇੱਕ ਹੋਰ ਪਹਿਲੂ ਉੱਪਰ ਕੇ ਆ ਰਿਹਾ ਸ਼ਿਬਰ ਜੀ, ਕਿ ਅੱਜ ਕੱਲ੍ਹ ਖੂਬ ਚਰਚਾ ਕਿ ਗਲਤ ਦਸਤਾਵੇਜ਼ਾਂ ਦੇ ਆਧਾਰ 'ਤੇ ਕਈਆਂ ਨੇ ਨੌਕਰੀ ਲੈ ਲਈ ਅਤੇ ਉਹਨਾਂ ਨੂੰ ਹੁਣ ਲਾਂਭੇ ਕੀਤਾ ਜਾ ਰਿਹਾ। ਕਹਿੰਦੇ ਸਾਰਿਆਂ ਦੀ ਜਾਂਚ ਹੋਊਗੀ, ਉਹਦੇ ਲਈ ਮਤਲਬ ਕਿ ਗੱਲ ਤੁਰੀ ਸੀ ਰੁਜ਼ਗਾਰ ਦੀ, ਅਤੇ ਹੁਣ ਰੁਜ਼ਗਾਰ ਤੋਂ ਲਾਂਭੇ ਕਰਨ ਇੱਕ ਮਾਮਲਾ ਸਾਹਮਣੇ ਆਇਆ ਸੀ, ਸ਼ਾਇਦ ਖੇਤੀਬਾੜੀ ਵਿਭਾਗ ਦਾ ਲੈ ਕੇ ਹੈ, ਉਹ ਤੋਂ ਬਾਅਦ ਇਹ ਮਾਮਲਾ ਸਾਹਮਣੇ ਆ ਰਿਹਾ। ਕੀ ਇਹ ਲੀਡਰਾਂ ਦੇ ਰਿਸ਼ਤੇਦਾਰਾਂ ਨੂੰ, ਚਹੇਤਿਆਂ ਨੂੰ, ਜਿਹੜਾ ਕਾਂਗਰਸ ਅਕਾਲੀਆਂ ਦੇ ਰਾਜ 'ਚ ਲੱਗੇ, ਉਹਨਾਂ ਦੇ ਉੱਤੇ ਕਾਰਵਾਈ ਹੋਊਗੀ, ਕਿ ਜਾਂ ਆਮ ਵਰਗ ਦੀ ਕੋਈ ਗਲਤੀ, ਚਾਹੇ ਅਧਿਕਾਰਕ ਤੌਰ 'ਤੇ, ਪ੍ਰਸ਼ਾਸਨਿਕ ਤੌਰ 'ਤੇ ਹੋਵੇ, ਉਹਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਹੋਵੇਗਾ? ਕੀ ਰਣਨੀਤੀ ਬਣਾ ਰਹੀ ਹੈ ਸਰਕਾਰ, ਇਹਦੇ ਬਾਰੇ ਚਰਚਾ ਆ ਰਹੀ ਹੈ? ਦੇਖੋ ਜੀ, ਦੇਖੋ ਸਰਕਾਰ ਨੇ ਕੀ ਰਣਨੀਤੀ ਬਣਾਈ ਹੈ, ਕੀ ਫੈਸਲਾ ਲਿਆ, ਇਹ ਤਾਂ ਸਰਕਾਰ ਜਾਣੇ। ਪਰ ਮੇਰਾ ਇਹ ਮੰਨਣਾ ਜ਼ਰੂਰ ਹੈ ਕਿ ਜਿੱਥੇ ਕਿਤੇ ਵੀ, ਚਾਹੇ ਉਹ ਛੋਟਾ ਲੈਵਲ ਆ ਚਾਹੇ ਵੱਡਾ ਲੈਵਲ, ਪਰ ਜਿੱਥੇ ਕਿਤੇ ਨਿਯਮਾਂ ਦੀ ਅਣਦੇਖੀ ਹੋਈ ਹੈ, ਪੈਮਾਨਾ ਇੱਕ ਹੋਵੇ, ਕਾਨੂੰਨ ਦੀ ਅਣਦੇਖੀ ਹੋਈ ਆ, ਉੱਥੇ ਪੈਮਾਨਾ ਇੱਕ ਹੋਣਾ ਚਾਹੀਦਾ। ਉਹ 'ਚ ਚਾਹੇ ਮੈਂ ਹੋਵਾਂ ਚਾਹੇ ਕੋਈ ਹੋਰ ਬੰਦਾ ਹੋਵੇ। ਇਹਦੇ ਵਿੱਚ ਜਿਹੜੀ ਤੁਸੀਂ ਸਹਿਕਾਰਤਾ ਮਹਿਕਮੇ ਦੀ ਗੱਲ ਕੀਤੀ ਆ, ਉਹਦੇ ਅਧੀਨ ਇੱਕ ਬੈਂਕ ਆ ਰਿਹਾ ਜਿਹੜਾ ਇਹਨਾਂ ਦਾ ਵਿਕਾਸ ਬੈਂਕ ਹੁੰਦਾ, ਡਿਵੈਲਪਮੈਂਟ ਬੈਂਕ ਹੁੰਦੇ ਨੇ, ਉਹਦੇ ਵਿੱਚ 21 ਸਾਲ ਤੱਕ ਬੰਦਾ ਹੈ ਜਿਹੜਾ ਦੇਖੋ ਮੈਨੇਜਰ ਬਣਿਆ ਰਿਹਾ ਹੈ ਨਾ ਜੀ, ਉਹਦੇ ਕੋਲ ਕੋਈ ਯੋਗਤਾ ਨਹੀਂ। ਤਾਂ ਆਪਾਂ ਇਹ 31 ਸਾਲ ਦੀ ਗੱਲ ਕਰਦੇ ਵੀ ਨਿਆਂ ਲੈਣ ਵਾਸਤੇ ਭੁਗਤ ਰਿਹਾ, ਉੱਧਰੋਂ ਖਜ਼ਾਨੇ 'ਚ ਲੈ ਕੇ ਆਉਂਦਾ ਰਿਹਾ, ਉੱਧਰ 21 ਸਾਲ ਤੱਕ ਉਹ ਬੰਦਾ ਮੈਨੇਜਰ ਬਣਿਆ ਰਿਹਾ। ਉਹ ਕਿਸੇ ਦਾ ਰਹਿਮੋ ਕਰਮ ਹੋਊਗਾ, ਕਿਸੇ ਦਾ ਰਹਿਮੋ ਕਰਮ ਸੀਗਾ। ਆਮ ਲੋਕ ਆ ਜਿਹੜੇ, ਉਹਨਾਂ ਦੇ ਕੁਛ ਪੱਲੇ ਨਹੀਂ ਪੈਂਦਾ, ਉਹਨਾਂ ਕੋਲ ਚਾਹੇ ਡਿਗਰੀਆਂ ਹੋਣ, ਪੜ੍ਹੇ ਲਿਖੇ ਹੋਣ, ਯੋਗਤਾ ਹੋਣ, ਜਦੋਂ ਵੀ ਕਿਤੇ ਧੱਕਾ ਹੁੰਦਾ ਜਾਂ ਕੋਈ ਫਰਜ਼ੀਵਾੜਾ ਹੁੰਦਾ ਜਾਂ ਕਿਤੇ ਸੈੱਟ ਕੀਤਾ ਜਾਂਦਾ, ਉੱਥੇ ਉਹਨਾਂ ਲੋਕਾਂ ਨੂੰ ਹੀ ਕੀਤਾ ਜਾਂਦਾ ਜਿਹੜੇ ਸਮਾਜ ਦੇ ਵਿੱਚ ਜਾਂ ਕਿਤੇ ਨਾ ਕਿਤੇ ਸਰਕਾਰੀ ਤੰਤਰ ਦੇ ਵਿੱਚ ਫਿੱਲਾ ਫਸਾਉਣ ਦੀ ਯੋਗਤਾ ਰੱਖਦੇ ਨੇ, ਜਾਂ ਜਿਨ੍ਹਾਂ ਦਾ ਉੱਥੇ ਅਸਰ ਰਸੂਖ ਹੁੰਦਾ ਨੇ। ਮਤਲਬ ਯੋਗਤਾ ਡਿਗਰੀਆਂ ਨਹੀਂ, ਥੋੜੀ ਸਰਕਾਰੀ ਪਹੁੰਚ ਹੋਣੀ ਚਾਹੀਦੀ, ਸਰਕਾਰੀ ਪਹੁੰਚ ਹੋਣੀ ਹੈ, ਉਹਨਾਂ ਦੇ ਵਿੱਚ ਰੱਖਿਆ। ਹੁਣ ਮੈਨੂੰ ਇਸ ਮਾਮਲੇ ਦੇ ਵਿੱਚ ਆ, ਹੁਣ ਬੀਤੇ ਕੱਲ੍ਹ ਹੀ ਜਿਹੜਾ ਇੱਕ ਪਿਛਲੇ 7 ਸਾਲਾਂ ਤੋਂ ਜਿਹੜੇ ਖੈੜ ਤੋਂ ਚੋਣ ਲੜੇ ਨੇ ਵਿਜੇ ਕੁਮਾਰ ਟਿੰਕੂ, ਉਹਨਾਂ ਦੇ ਖਿਲਾਫ ਵੀ 7 ਸਾਲਾਂ ਤੋਂ ਬਾਅਦ ਹੁਣ ਪਰਚਾ ਦਰਜ ਹੋਇਆ, ਜਿਹੜਾ ਮਰਿੰਡਾ ਪੁਲਿਸ ਨੇ ਕੀਤਾ।
ਐਦਾਂ ਹੀ ਹੋਰ ਬਹੁਤ ਸਾਰੇ ਮਾਮਲੇ ਨੇ ਨਿਕਲ ਕੇ ਆ ਰਹੇ, ਲੋਕਾਂ ਨੂੰ ਲੱਗਣ ਲੱਗਿਆ ਕਿ ਇਹ ਸਰਕਾਰ ਦੇ ਵਿੱਚ ਉਮੀਦ ਲੋਕਾਂ ਨੂੰ ਬਣੀ ਆ ਕਿ ਉਹਨਾਂ ਨੂੰ ਨਿਆਂ ਮਿਲ ਸਕਦਾ। ਪਰ ਹੁਣ ਸਰਕਾਰ, ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਭਗਵੰਤ ਮਾਨ ਹੋਰਾਂ ਦਾ ਇਹ ਬਿਆਨ ਆਇਆ ਸੀਗਾ ਕਿ ਜਿਹੜੀਆਂ ਬਹੁਤ ਸਾਰੇ ਫਰਜ਼ੀ ਸਰਟੀਫਿਕੇਟਾਂ ਪਰ ਕਈਆਂ ਦੇ ਰਿਸ਼ਤੇਦਾਰ ਲੱਗੇ ਹੋਣੇ ਆ ਸਰਸੂ ਵਾਲੇ, ਉਹਨਾਂ ਦੀ ਭਾਵੇਂ ਕਿ ਇਹ ਗੱਲ ਨਿਕਲ ਕੇ ਬਾਹਰ ਨਹੀਂ ਆਈ, ਪਰ ਮੈਨੂੰ ਇਹ ਲੱਗੀ ਜਾ ਰਿਹਾ ਕਿ ਸਰਕਾਰ ਇਸ ਮਾਮਲੇ ਨੂੰ ਲੈ ਕੇ ਜਿਹੜੇ ਰਮਨੀਤ ਬਿੱਟੂ ਨੇ, ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ, ਉਹਨਾਂ ਦੇ ਭਰਾ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਦੌਰਾਨ ਡਾਇਰੈਕਟ ਡੀਐਸਪੀ ਲਾਇਆ ਗਿਆ। ਉਹਨਾਂ ਦੀ ਡਿਗਰੀ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਰੌਲੇ ਆ ਜਿਹੜੇ ਪੈ ਰਹੇ ਨੇ ਕਿ ਉਹਨਾਂ ਨੂੰ ਗਲਤ ਢੰਗ ਨਾਲ ਡੀਐਸਪੀ ਆ ਜਿਹੜਾ ਲਾਇਆ ਗਿਆ। ਇਸੇ ਤਰ੍ਹਾਂ ਲੁਧਿਆਣੇ ਦੇ ਜਿਹੜੇ ਇੱਕ ਸਾਬਕਾ ਵਿਧਾਇਕ ਰਹੇ ਨੇ ਹੁਣ ਪਾਂਡੇ ਜੀ, ਉਹਨਾਂ ਦੇ ਮੁੰਡੇ ਨੂੰ ਵੀ ਇੱਕ ਤਹਿਸੀਲਦਾਰ ਆ ਜਿਹੜਾ ਉੱਥੇ ਭਰਤੀ ਕੀਤਾ ਗਿਆ ਸੀਗਾ। ਇਹ ਕਿਤੇ ਨਾ ਕਿਤੇ ਹੋ ਸਕਦਾ ਕਿ ਉਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਆਵੇ ਕਿ ਉਹਨਾਂ ਦੀ ਜਿਹੜੀ ਫਾਈਲ ਆ ਉਹ ਖੁੱਲ੍ਹੀ ਹੋਵੇ। ਫਾਈਲ ਕਿਸੇ ਦੀ ਵੀ ਹੋਵੇ, ਭਾਵੇਂ ਕਿ ਉਹ ਕਿਸੇ ਵੀ ਵਰਗ ਨਾਲ ਸੰਬੰਧਿਤ ਰੱਖਦਾ ਹੋਵੇ, ਕਿਸੇ ਵੀ ਧਰਮ ਨਾਲ ਸੰਬੰਧਿਤ ਰੱਖਦਾ ਹੋਵੇ, ਚਾਹੇ ਉਹ ਕਿਸੇ ਵੱਡੇ ਰਾਜਸੀ ਪਰਿਵਾਰ ਨਾਲ ਸੰਬੰਧਿਤ ਆ, ਚਾਹੇ ਕੋਈ ਆਮ ਇਨਸਾਨ ਆ, ਜਿਹਨੇ ਵੀ ਗਲਤੀ ਕੀਤੀ ਆ, ਜਿਨ੍ਹਾਂ ਨੇ ਵੀ ਕਾਨੂੰਨ ਤੋੜਿਆ, ਜਿਹਨੇ ਸੰਵਿਧਾਨ ਦੀ ਅਵਗਿਆ ਕੀਤੀ ਆ, ਰੂਲਾਂ ਦੀ ਅਵਗਿਆ ਕੀਤੀ ਆ, ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਤੇ ਜਿਨ੍ਹਾਂ ਦੀ ਛਤਰ ਛਾਇਆ ਰਹੀ ਆ, ਉਹਨਾਂ ਨੇ ਭਰਤੀ ਕੀਤੀ ਆ, ਉਹਨਾਂ ਨੇ ਕਾਨੂੰਨ ਨੂੰ ਠੇਂਗਾ ਦਿਖਾਇਆ, ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ, ਜਿਹੜੇ ਸੰਵਿਧਾਨ ਦੀ ਸਹੁੰ ਚੁੱਕਦੇ ਆ ਕਿ ਉਹ ਇਮਾਨਦਾਰੀ ਨਾਲ ਕੰਮ ਕਰਨਗੇ, ਮੈਨੂੰ ਲੱਗਦਾ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ। ਕਾਰਵਾਈ ਹੋਣੀ ਚਾਹੀਦੀ ਆ। ਔਰ ਜਿਵੇਂ ਸ਼ਿਬਰ ਜੀ ਨੇ ਕਿਹਾ ਕਿ ਪੈਮਾਨਾ ਇੱਕ ਹੋਣਾ ਚਾਹੀਦਾ, ਚਾਹੇ ਕੋਈ ਉੱਪਰ ਵਾਲੇ ਰਸੂਖ ਵਾਲਾ ਹੋਵੇ ਤੇ ਚਾਹੇ ਕੋਈ ਸਧਾਰਨ ਹੋਵੇ, ਚਾਹੇ ਕੋਈ ਕਿਸੇ ਫਿਰਕੇ ਵਾਲਾ ਹੋਵੇ, ਚਾਹੇ ਕਿਸੇ ਜਾਤ ਧਰਮ ਵਾਲਾ ਹੋਵੇ, ਚਾਹੇ ਕਿਸੇ ਦੀ ਰਾਜਨੀਤਿਕ ਪਹੁੰਚ ਹੋਵੇ ਤੇ ਚਾਹੇ ਕਿਸੇ ਦੀ ਅਫਸਰਸ਼ਾਹੀ ਤੱਕ ਪਹੁੰਚ ਹੋਵੇ। ਕਾਰਵਾਈ ਇਕਸਾਰ ਹੋਣੀ ਚਾਹੀਦੀ ਆ। ਔਰ ਸਰਕਾਰ ਤੋਂ ਲੋਕਾਂ ਨੂੰ ਉਮੀਦਾਂ ਬਹੁਤ ਨੇ। ਸੋ ਉਹਨਾਂ ਉਮੀਦਾਂ 'ਚੋਂ ਜੇ ਕੁਝ ਉਮੀਦਾਂ ਦੀ ਆਸ ਵੱਜੀ ਆ ਤੇ ਕੁਝ ਉਮੀਦਾਂ ਬਾਰੇ ਦਾਅਵੇ ਕੀਤੇ ਜਾ ਰਹੇ ਨੇ, ਅਜੇ ਉਮੀਦਾਂ ਪੂਰੀਆਂ ਤਾਂ ਨਹੀਂ ਹੋਈਆਂ। ਕਰਜ਼ੇ ਦੀ ਪੰਡ ਜ਼ਰੂਰ ਭਾਰੀ ਹੁੰਦੀ ਜਾ ਰਹੀ ਹੈ, ਉਸ ਨੂੰ ਲੈ ਕੇ ਵੀ ਸਰਕਾਰ ਨੂੰ ਫਿਕਰ ਕਰਨਾ ਚਾਹੀਦਾ ਤੇ ਕਾਫੀ ਕੁਝ ਬਜਟ ਸੈਸ਼ਨ ਸਾਹਿਬ ਵੀ ਹੋਏਗਾ। ਸੋ ਵੱਖ-ਵੱਖ ਪਹਿਲੂ ਲੈ ਕੇ ਹਾਜ਼ਰ ਸੀ। ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।